हाँ जी बेटे, पिछले ਲੈਕਚਰ ਵਿੱਚ ਅਸੀਂ ਸੁਣਾ ਬੜਾ ਪਾਠ ਪੜਿਆ ਸੀਗਾ ਕੰਬਸ਼ਨ ਐਂਡ ਫਲੇਮ ਦਾ ਪਹਿਲਾ ਭਾਗ ਕੀਤਾ ਸੀ ਅਸੀਂ ਜਾਲਣ। ਪਾਠ ਦਾ ਨਾਮ ਸੀਗਾ ਜਾਲਣ ਅਤੇ ਲਾਟ। ਅਸੀਂ ਇਸ ਦਾ ਪਹਿਲਾ ਭਾਗ ਕਰ ਲਿਆ ਸੀਗਾ ਜਾਲਣ। ਤੇ ਹੁਣ ਅੱਜ ਗੱਲ ਕਰਦੇ ਹਾਂ ਲਾਟ ਦੀ। ਜਦੋਂ ਵੀ ਕਿਸੇ ਬਾਲਣ ਨੂੰ ਜਲਾਇਆ ਜਾਂਦਾ ਹੈ ਜਾਂ ਤਾਂ ਉਹ ਜਲਦਾ ਹੈ, ਤਾਪ ਪੈਦਾ ਕਰਦਾ ਹੈ ਜਾਂ ਲਾਟ ਪੈਦਾ ਕਰਦਾ ਹੈ। ਤੁਸੀਂ LPG ਗੈਸ ਦੇਖੋ ਜਾਂ ਮਿੱਟੀ ਤੇਲ ਦਾ ਸਟੋਵ ਜਾਂ ਮੋਮਬੱਤੀ ਦੀ ਲਾਟ ਦੇਖੋ ਉਹਦੇ 'ਚ ਕੀ ਹੈ ਬੇਟੇ, ਲਾਟ ਨਿਕਲਦੀ ਹੈ। ਜੇ ਕੋਇਲੇ ਨੂੰ ਜਲਾਉਂਦੇ ਆ ਉਹਦੇ 'ਚ ਲਾਟ ਨਹੀਂ ਨਿਕਲਦੀ, ਸਿਰਫ ਤਾਪ ਪੈਦਾ ਹੁੰਦਾ ਹੈ। ਤੇ ਹੁਣ ਅਸੀਂ ਇਹਦੇ ਟੌਪਿਕ ਵਿੱਚ ਗੱਲ ਕਰਾਂਗੇ ਲਾਟ ਦੀ, ਕਿ ਬਾਲਣ ਕਿਹੜੇ ਕਿਹੜੇ ਹਨ ਜਿਹਨਾਂ ਦੇ ਲਾਟ ਦਿੰਦੇ ਹਨ। ਦੇਖੋ ਇੱਕ ਟੇਬਲ ਬਣਾਈ ਹੋਈ ਥੱਲੇ। ਇਹ ਮੋਮਬੱਤੀ ਹੈ, ਇਹ ਵੀ ਲਾਟ ਦਿੰਦੀ ਹੈ। ਮੈਗਨੀਸ਼ੀਅਮ ਰਿਬਨ ਹੈ, ਇਹ ਵੀ ਲਾਟ ਨਾਲ ਜਲਦਾ ਹੈ। ਕਪੂਰ, ਮੁਸ਼ਕ ਕਪੂਰ, ਇਹ ਵੀ ਲਾਟ ਨਾਲ ਜਲਦਾ ਹੈ। ਮਿੱਟੀ ਦਾ ਤੇਲ, ਇਹ ਵੀ ਲਾਟ ਦਿੰਦਾ ਹੈ। ਲੱਕੜ ਦਾ ਕੋਲਾ, ਇਹ ਲਾਟ ਨਹੀਂ ਦਿੰਦਾ। ਇਸ ਤਰ੍ਹਾਂ ਦੇ ਬਹੁਤ ਸਾਰੇ ਸਾਧਨ ਹੈ ਆਪਣੇ ਘਰਾਂ ਦੇ ਵਿੱਚ ਹੈ, ਅਸੀਂ ਵਰਤੋਂ ਕਰਦੇ ਹਾਂ। ਅਸੀਂ ਇਹਨਾਂ ਨੂੰ ਓਬਜ਼ਰਵ ਕਰੀਏ, ਆਪ ਨੂੰ ਪਤਾ ਲੱਗ ਜਾਊਗਾ ਬਈ ਉਹ ਲਾਟ ਦਿੰਦੇ ਹੈ ਜਾਂ ਨਹੀਂ ਦਿੰਦੇ। ਉੱਪਰ ਦੇਖੋ ਇਹ ਮੋਮਬੱਤੀ ਤੇ ਮਿੱਟੀ ਤੇਲ ਦਾ ਸਟੋਵ ਰੱਖਿਆ ਹੋਇਆ, ਦੋਹਾਂ ਦੀ ਲਾਟ ਦਿਖਾਈ ਗਈ ਹੈ। ਹੁਣ ਲਾਟ ਕਿਹੜੇ ਕਿਹੜੇ ਬਾਲਣ ਬੇਟੇ ਲਾਟ ਦਿੰਦੇ ਨੇ, ਕਿਉਂ ਦਿੰਦੇ ਨੇ ਲਾਟ? ਮੋਮਬੱਤੀ ਅਸੀਂ ਦੇਖੀਏ ਮੋਸਟਲੀ ਜਦੋਂ ਲਾਈਟ ਚਲੀ ਜਾਂਦੀ ਅਸੀਂ ਮੋਮਬੱਤੀ ਚਲਾਉਂਦੇ ਹਾਂ, ਮੋਮਬੱਤੀ ਲਾਟ ਦਿੰਦੀ ਹੈ। ਕਾਰਨ ਕੀ ਹੈ ਬੇਟੇ? ਜਿਹੜੇ ਬਾਲਣ ਜਲਣ ਦੇ ਸਮੇਂ ਵਾਸ਼ਪਿਤ ਹੁੰਦੇ ਨੇ, ਗਰਮ ਹੋ ਕੇ ਉੜ ਜਾਂਦੇ ਨੇ, ਉਹ ਲਾਟ ਦਿੰਦੇ ਨੇ। ਬਾਲਣ ਦੇ ਸਮੇਂ ਜਿਹੜੇ ਬਾਲਣ ਵਾਸ਼ਪਿਤ ਹੁੰਦੇ ਹਨ ਉਹ ਲਾਟ ਦਾ ਨਿਰਮਾਣ ਕਰਦੇ ਹਨ, ਜਿਵੇਂ ਮਿੱਟੀ ਦਾ ਤੇਲ, ਪਿੰਗਲੀ ਹੋਈ ਮੋਮਬੱਤੀ, ਇਹ ਵਾਸ਼ਪਿਤ ਹੋ ਜਾਂਦੇ ਨੇ, ਇਸ ਲਈ ਇਹ ਲਾਟ ਦਾ ਨਿਰਮਾਣ ਕਰਦੇ ਹਨ। ਜਦੋਂ ਕਿ ਕੋਇਲਾ ਜਿਹੜਾ ਹੈ ਉਹ ਵਾਸ਼ਪਿਤ ਨਹੀਂ ਹੁੰਦਾ, ਉਹ ਜਲਦਾ ਰਹਿੰਦਾ ਹੈ, ਇਸ ਲਈ ਉਹ ਲਾਟ ਦਾ ਨਿਰਮਾਣ ਨਹੀਂ ਕਰਦਾ। ਤੁਸੀਂ ਇੱਕ ਮੋਮਬੱਤੀ ਜਲਾ ਕੇ ਕਿਰਿਆ ਵੀ ਕਰ ਸਕਦੇ ਹੋ। ਮੋਮਬੱਤੀ ਦੇ ਉੱਤੇ ਕੰਚ ਦੀ ਸਲਾਈਡ ਨੂੰ ਫੜੋ, ਉਹਦੇ ਉੱਤੇ ਰੱਖੋ 4-5 ਸੈਕਿੰਡ ਦੇ ਲਈ, ਤੁਸੀਂ ਦੇਖੋਗੇ ਉਹ ਕਾਲੀ ਹੋ ਜਾਊਗੀ ਮੋਮਬੱਤੀ। ਉਹ ਕਾਲਾ ਭਾਗ ਕਿਹੜਾ ਹੈ? ਕਾਲਾ ਭਾਗ ਬੇਟੇ ਕਾਰਬਨ ਦੇ ਕਣ ਹੁੰਦੇ ਨੇ, ਉਹ ਹੁੰਦੇ ਨੇ। ਦੂਜੀ ਕਿਰਿਆ ਥੱਲੇ ਕੀਤੀ ਗਈ ਹੈ, ਸਿੰਪਲ ਹੀ ਹੈ। ਇੱਕ ਤਾਰ ਲਓ, ਉਹਨੂੰ ਫੜੋ ਕਿਸੇ ਬਰਨਰ ਨਾਲ ਤੇ ਮੋਮਬੱਤੀ ਦੀ ਲਾਟ ਦੇ ਗਰਮ ਕਰੋ। ਇਹ ਧਿਆਨ ਰੱਖਣਾ ਬੇਟੇ, ਮੋਮਬੱਤੀ ਦੀ ਲਾਟ ਦੇ ਅੰਦਰ ਨਹੀਂ ਲੈ ਜਾਣਾ, ਇਸ ਨੂੰ ਬਾਹਰ ਰੱਖਣਾ ਹੈ। ਤੁਸੀਂ ਪਹਿਲੇ ਇਸ ਕਿਰਿਆ ਨੂੰ ਇੱਕ ਤਾਰ ਲਓ, ਉਹਨੂੰ ਅੰਦਰ ਰੱਖ ਕੇ ਕਰੋ, ਮੋਮਬੱਤੀ ਲਾਟ ਦੇ ਅੰਦਰ ਤਾਰ ਪਾਓ। ਦੂਸਰੀ ਕਿਰਿਆ ਫਿਰ ਇਸ ਤਾਰ ਨੂੰ ਮੋਮਬੱਤੀ ਦੀ ਲਾਟ ਤੋਂ ਥੋੜਾ ਜਿਹਾ ਬਾਹਰ ਰੱਖੋ। ਦੋਹਾਂ ਕਿਰਿਆ ਵਿੱਚ ਤੁਸੀਂ ਦੇਖੋਗੇ ਜਿਹੜੇ ਤਾਰ ਨੂੰ ਤੁਸੀਂ ਬਾਹਰ ਰੱਖਿਆ ਸੀਗਾ ਉਹ ਵੱਧ ਗਰਮ ਹੋਊਗਾ। ਇਸ ਦਾ ਮਤਲਬ ਹੈ ਮੋਮਬੱਤੀ ਦੀ ਲਾਟ ਦੇ ਵਿੱਚ ਜਿਹੜਾ ਬਾਹਰਲਾ ਖੇਤਰ ਹੈ ਉਹ ਵੱਧ ਗਰਮ ਹੁੰਦਾ ਹੈ, ਜਿਹੜਾ ਅੰਦਰਲਾ ਖੇਤਰ ਹੈ ਉਹ ਘੱਟ ਗਰਮ ਹੁੰਦਾ ਹੈ। ਆ ਕਿਰਿਆ ਵਿੱਚ ਵੀ ਦੇਖੋ, ਤਾਰ ਦਾ ਭਾਗ ਜਿਹੜਾ ਲਾਟ ਦੇ ਕੁਝ ਹੀ ਬਾਹਰ ਹੈ ਲਾਲ ਅਤੇ ਗਰਮ ਹੋ ਜਾਂਦਾ ਹੈ। ਇਹ ਦਰਸਾਉਂਦਾ ਹੈ ਕਿ ਲਾਟ ਦੇ ਅਧਿਪਤ ਖੇਤਰ ਤਾਪਮਾਨ ਬਹੁਤ ਜ਼ਿਆਦਾ ਹੁੰਦਾ ਹੈ। ਇਸ ਤਰ੍ਹਾਂ ਜਿਹੜਾ ਸੁਨਾਰ ਹੈ, ਜਦੋਂ ਉਹ ਸੋਨੇ ਦੀ ਚਾਂਦੀ ਨੂੰ ਪਿਘਲਾਉਂਦਾ ਹੈ, ਗਰਮ ਕਰਦਾ ਹੈ, ਫਿਰ ਉਹ ਲਾਟ ਦੇ ਕਿਹੜੇ ਭਾਗ ਦੀ ਵਰਤੋਂ ਕਰਦਾ ਹੈ? ਉਹ ਲਾਟ ਦੇ ਸਭ ਤੋਂ ਬਾਹਰਲੇ ਭਾਗ ਦੀ ਵਰਤੋਂ ਕਰਦਾ ਹੈ, ਕਿਉਂਕਿ ਕਿਸੇ ਵੀ ਲਾਟ ਦਾ ਸਭ ਤੋਂ ਬਾਹਰਲਾ ਭਾਗ ਸਭ ਤੋਂ ਵੱਧ ਗਰਮ ਹੁੰਦਾ ਹੈ। ਮੋਮਬੱਤੀ ਦੀ ਲਾਟ ਦਾ ਅਧਿਐਨ ਕਰਦੇ ਹੈ। ਇਹ ਇੱਕ ਮੋਮਬੱਤੀ ਹੈ, ਆ ਜਲਾਈ ਹੋਈ ਮੋਮਬੱਤੀ ਹੈ। ਇਸ ਤਰ੍ਹਾਂ ਦਾ ਰੰਗ ਹੁੰਦਾ ਹੈ, ਥੋੜੀ ਜਿਹੀ ਬਾਹਰ ਤੋਂ ਨੀਲੀ ਜਿਹੀ ਹੁੰਦੀ ਹੈ, ਫਿਰ ਲਾਲ, ਫਿਰ ਥੋੜੀ ਪੀਲੀ ਤੇ ਕਾਲੀ ਜਿਹੀ ਹੁੰਦੀ ਹੈ। ਜਿਹੜਾ ਸਭ ਤੋਂ ਬੇਟੇ ਬਾਹਰਲਾ ਭਾਗ ਹੈ, ਨੀਲਾ ਨੀਲਾ ਜਿਹਾ ਭਾਗ ਹੈ, ਉਸ ਦੇ ਵਿੱਚ ਕੀ ਹੈ, ਸਾਰਾ ਬਾਲਣ ਜਲ ਜਾਂਦਾ ਹੈ ਪ੍ਰੋਪਰਲੀ ਤੇ ਉਹ ਸਭ ਤੋਂ ਵੱਧ ਗਰਮ ਹੁੰਦਾ ਹੈ। ਉਸ ਤੋਂ ਅੰਦਰਲਾ ਜਿਹੜਾ ਭਾਗ ਹੈ ਉਹ ਲਾਲ ਲਾਲ ਜਿਹਾ ਹੈ, ਉਸ ਦੇ ਵਿੱਚ ਬਾਲਣ ਦਾ ਆਂਸ਼ਿਕ ਦਹਨ ਹੁੰਦਾ ਹੈ। ਜਿਹੜਾ ਬਾਲਣ ਹੈ ਥੋੜਾ ਜਿਹਾ ਬਲਦਾ ਹੈ। ਉਹ ਸਭ ਤੋਂ ਅੰਦਰਲਾ ਭਾਗ ਤੇ ਹੇਠਲੇ ਪਾਸੇ ਇਹ ਸਭ ਤੋਂ ਘੱਟ ਗਰਮ ਹੁੰਦਾ ਹੈ। ਕਿਉਂ? ਕਿਉਂਕਿ ਇਸ ਦੇ ਜਿਹੜੇ ਮੋਮਬੱਤੀ ਹੈ ਉਸ ਦੇ ਵਿੱਚ ਕਾਰਬਨ ਦੇ ਕਣ ਪੂਰੇ ਨਹੀਂ ਜਲਦੇ। ਮੋਮਬੱਤੀ ਦਾ ਬੇਟੇ ਚਿੱਤਰ ਬਹੁਤ ਇੰਪੋਰਟੈਂਟ ਹੈ, ਮੋਸਟਲੀ ਪੇਪਰ ਵਿੱਚ ਪੁੱਛਿਆ ਜਾਂਦਾ ਹੈ। ਬੱਚੇ ਚਿੱਤਰ ਬਣਾ ਵੀ ਦਿੰਦੇ ਨੇ ਪਰ ਕਨਫਿਊਜ਼ ਹੋ ਜਾਂਦੇ ਨੇ ਕਿ ਕਿਹੜਾ ਭਾਗ ਸਭ ਤੋਂ ਵੱਧ ਗਰਮ ਹੈ। ਬਸ ਇਹ ਉਲਟਾ ਹੈ, ਜਿਹੜਾ ਸਭ ਤੋਂ ਬਾਹਰ ਹੈ ਉਹ ਵੱਧ ਗਰਮ ਹੈ, ਥੋੜਾ ਜਿਹਾ ਅੰਦਰ ਹੈ ਉਹ ਘੱਟ ਗਰਮ ਹੈ, ਜਿਹੜਾ ਬਿਲਕੁਲ ਹੀ ਅੰਦਰ ਹੈ ਉਹ ਸਭ ਤੋਂ ਘੱਟ ਗਰਮ ਹੋਏਗਾ। ਜਿਹੜਾ ਸਭ ਤੋਂ ਬਾਹਰਲਾ ਭਾਗ ਹੈ ਉਸਦਾ ਰੰਗ ਨੀਲਾ ਹੁੰਦਾ ਹੈ, ਅੰਦਰਲੇ ਭਾਗ ਦਾ ਰੰਗ ਲਾਲ ਹੁੰਦਾ ਹੈ, ਉਸ ਤੋਂ ਸਭ ਤੋਂ ਅੰਦਰਲੇ ਭਾਗ ਦਾ ਰੰਗ ਪੀਲਾ ਜਾਂ ਕਾਲਾ ਜਿਹਾ ਹੁੰਦਾ ਹੈ।
ਸਭ ਤੋਂ ਬਾਹਰਲਾ ਭਾਗ ਜਿਹੜਾ ਹੈ ਉਸ ਦੇ ਵਿੱਚ ਬਾਲਣ ਪੂਰਾ ਜਲਦਾ ਹੈ, ਅੰਦਰਲੇ ਭਾਗ 'ਚੋਂ ਘੱਟ ਜਲਦਾ ਹੈ, ਉਸ ਤੋਂ ਅੰਦਰਲੇ ਭਾਗ 'ਚੋਂ ਬਾਲਣ ਜਲਦਾ ਹੀ ਨਹੀਂ ਹੈ। ਥੱਲੇ ਸੁਨਾਰ ਦਾ ਚਿੱਤਰ ਦਿਖਾਇਆ ਗਿਆ ਹੈ, ਇਹ ਵੀ ਦਿਖਾਇਆ ਗਿਆ ਵੀ ਸੁਨਾਰ ਮੋਮਬੱਤੀ ਦੇ ਕਿਹੜੇ ਭਾਗ ਦੀ ਵਰਤੋਂ ਕਰਦਾ ਹੈ। ਹੁਣ ਇਹ ਬਾਲਣ ਦੀ ਵਰਤੋਂ ਆਪਸੀ ਕਿਤੇ ਕਿਤੇ ਹੁੰਦੀ ਹੈ, ਉਦਯੋਗਾਂ ਵਿੱਚ ਹੁੰਦੀ ਹੈ, ਘਰਾਂ ਵਿੱਚ ਹੁੰਦੀ ਹੈ, ਜਿਵੇਂ ਲੱਕੜੀ ਦੀ ਵਰਤੋਂ ਕਰਦੇ ਹੈ, ਕੋयले ਦੀ ਵਰਤੋਂ ਕਰਦੇ ਹੈ। ਕੁਝ ਬਾਲਣ ਗਰਮੀ ਪੈਦਾ ਕਰਦੇ ਨੇ, ਕੁਝ ਬਾਲਣ ਲਾਟ ਪੈਦਾ ਕਰਦੇ ਨੇ। ये पेट्रोल है, मिट्टी का तेल है, ये सारे बालन है, ਇਹ ਸਾਰੇ ਪਦਾਰਥ ਬਾਲਣ ਅਖਵਾਉਂਦੇ ਨੇ। ਅੱਛਾ, ਹੁਣ ਵਧੀਆ ਬਾਲਣ ਕਿਹੜਾ ਹੈ ਸਭ ਤੋਂ? ਹੁਣ ਤਾਂ ਅਸੀਂ ਬਹੁਤ ਸਾਰੀ ਚੀਜ਼ਾਂ ਦੀ ਵਰਤੋਂ ਕਰਦੇ ਹਾਂ। ਰੋਟੀ ਬਣਾਉਣ ਲਈ ਪਾਥੀਆਂ ਦੀ ਵਰਤੋਂ ਵੀ ਕਰਦੇ ਹਾਂ, ਗੋਹੇ ਦੀ, ਸਟੋਵ ਦੀ ਵਰਤੋਂ ਵੀ ਕਰਦੇ ਹਾਂ, ਗੈਸ ਦੀ ਵਰਤੋਂ ਵੀ ਕਰਦੇ ਹਾਂ। ਵਧੀਆ ਬਾਲਣ ਬੇਟੇ ਉਹ ਹੁੰਦਾ ਜਿਹੜਾ ਇੱਕ ਤਾਂ ਆਸਾਨੀ ਨਾਲ ਉਪਲਬਧ ਹੋ ਜਾਂਦਾ ਹੈ, ਦੂਜੇ ਸਸਤਾ ਹੁੰਦਾ ਹੈ, ਤੀਜੇ ਹਵਾ ਵਿੱਚ ਆਰਾਮ ਨਾਲ ਜਲਦਾ ਹੈ, ਤੀਜਾ ਕਾਫੀ ਮਾਤਰਾ ਵਿੱਚ ਗਰਮੀ ਪੈਦਾ ਕਰਦਾ ਹੈ। ਦੇਖੋ ਵਧੀਆ ਬਾਲਣ ਦੀ ਕਿਹੜੀ ਕਿਹੜੀ ਖੂਬੀਆਂ ਹੋਊਗੀ? 4 ਖੂਬੀਆਂ ਹੋਊਗੀ। ਇੱਕ ਤਾਂ ਇਹ ਆਰਾਮ ਨਾਲ ਉਪਲਬਧ ਹੋ ਜਾਂਦਾ ਹੈ, ਈਜ਼ੀਲੀ ਮਿਲ ਜਾਂਦਾ ਹੈ ਜਿੱਥੋਂ ਮਰਜ਼ੀ। ਦੂਜੇ ਸਸਤਾ ਹੁੰਦਾ ਹੈ, ਤੀਜੇ ਹਵਾ ਵਿੱਚ ਆਸਾਨੀ ਨਾਲ ਜਲਦਾ ਹੈ, ਚੌਥਾ ਇਹ ਗਰਮੀ ਵੱਧ ਪੈਦਾ ਕਰਦਾ ਹੈ ਬਾਲਣ। ਪਰ ਇਹ ਜਿਹੇ ਬਾਲਣ ਬਹੁਤ ਘੱਟ ਹੈ ਜਿਸ ਨੂੰ ਅਸੀਂ ਆਦਰਸ਼ ਬਾਲਣ ਕਹਿ ਸਕੀਏ ਵੀ ਇਹਦੀ ਸਾਰੀ ਖੂਬੀਆਂ ਹੈ। ਇਹ ਜਿਹੇ ਬਾਲਣ ਬਹੁਤ ਘੱਟ ਮਿਲਦੇ ਨੇ। ਅਸੀਂ ਮੋਸਟਲੀ ਲੱਕੜ ਦੀ ਥਾਂ ਗੈਸ ਦੀ ਵਰਤੋਂ ਕਰਦੇ ਹਾਂ। ਕੁਝ ਪਿੰਡਾਂ ਦੇ ਵਿੱਚ ਹਲੇ ਵੀ ਗੈਸ ਦੀ ਵਰਤੋਂ ਨਹੀਂ ਹੁੰਦੀ, ਲੱਕੜ ਦੀ ਵਰਤੋਂ ਹੀ ਹੁੰਦੀ ਹੈ। ਹੁਣ ਇਹ ਬਾਲਣ ਦੀ ਯੋਗਤਾ ਕਿਵੇਂ ਪਰਖਾਂਗੇ ਕਿ ਬਾਲਣ ਵਧੀਆ ਹੈ? ਜੇ ਤੁਹਾਨੂੰ ਕਿਹਾ ਜਾਵੇ ਕਿ ਗੋਬਰ ਦੀਆਂ ਪਾਥੀਆਂ, ਕੋਲ ਅਤੇ LPG ਨੂੰ ਜਲਾ ਕੇ ਪਾਣੀ ਦੀ ਇੱਕ ਨਿਸ਼ਚਿਤ ਮਾਤਰਾ ਨੂੰ ਉਬਾਲੋ, ਤਾਂ ਤੁਸੀਂ ਕਿਹੜਾ ਬਾਲਣ ਚੁਣੋਗੇ? ਪਾਥੀਆਂ ਚੁਣੋਗੇ, ਕੋਲਾ ਚੁਣੋਗੇ ਜਾਂ ਗੈਸ? ਤੁਸੀਂ ਗੈਸ ਹੀ ਚੁਣੋਗੇ ਕਿਉਂਕਿ ਈਜ਼ੀਲੀ ਹੈ ਕੰਮ ਕਰਨਾ। ਦੂਸਰੀ ਗੱਲ, ਤੁਸੀਂ ਕੋਲਾ ਨਹੀਂ ਚੁਣੋਗੇ ਤੇ ਗੋਹੇ ਦੀ ਪਾਥੀਆਂ ਨਹੀਂ ਚੁਣੋਗੇ ਕਿਉਂਕਿ ਉਹ ਰੱਖਣੀ ਉਹ ਸੌਖੀ ਨਹੀਂ ਹੈ, ਤਾਂ ਲਈ ਤੁਹਾਨੂੰ ਅਰੇਂਜਮੈਂਟ ਕਰਨਾ ਪਊਗਾ। ਗੈਸ ਤੇ ਤੁਸੀਂ ਪਾਣੀ ਭਰ ਕੇ ਰੱਖ ਦਿਓ, ਗਰਮ ਹੋ ਜਾਊਗਾ। ਇਹ ਆਸਾਨੀ ਨਾਲ ਯੂਜ਼ ਵਧੀਆ ਹੁੰਦੀ ਹੈ ਨਾ ਗੈਸ, ਜਦੋਂ ਕਿ ਪਾਥੀਆਂ ਆਸਾਨੀ ਨਾਲ ਯੂਜ਼ ਨਹੀਂ ਹੁੰਦੀ। ਤੇ ਇੱਕ ਤਾਂ ਖੂਬੀ ਹੋ ਗਈ ਇਹਦੀ ਗੈਸ ਦੀ। ਤੇ ਹੁਣ ਇਹ ਗੈਸ ਦੀ ਬਾਲਣ ਯੋਗਤਾ, ਕਿਸੇ ਵੀ ਬਾਲਣ ਦੀ ਯੋਗਤਾ ਕੀ ਹੁੰਦੀ ਹੈ? ਉਸ ਦਾ ਕੈਲੋਰੀ ਮੁੱਲ। ਕਿਸੇ ਵੀ ਬਾਲਣ ਦੀ ਯੋਗਤਾ ਉਸ ਦਾ ਕੈਲੋਰੀ ਮੁੱਲ ਹੁੰਦਾ ਹੈ। ਹੁਣ ਕੈਲੋਰੀ ਮੁੱਲ ਕੀ ਹੁੰਦਾ ਹੈ? ਕਿਸੇ ਵੀ ਬਾਲਣ ਦੇ 1 ਕਿਲੋਗ੍ਰਾਮ ਨੂੰ ਪੂਰਾ ਜਲਾਉਣ ਤੋਂ ਜਿੰਨੀ ਊਰਜਾ ਪ੍ਰਾਪਤ ਹੁੰਦੀ ਹੈ ਉਹ ਉਸ ਬਾਲਣ ਦਾ ਕੈਲੋਰੀ ਮੁੱਲ ਅਖਵਾਉਂਦਾ ਹੈ। ਮੰਨ ਲਓ ਤੁਸੀਂ 1 ਕਿਲੋ ਪਾਥੀਆਂ ਲਈ 1 ਲੀਟਰ ਮਿੱਟੀ ਦਾ 1 ਕਿਲੋ ਮਿੱਟੀ ਦਾ ਤੇਲ ਲਿਆ ਜਾਂ 1 ਕਿਲੋ LPG ਗੈਸ ਲਈ, ਤਿੰਨਾਂ ਨੂੰ ਵੱਖਰੇ ਵੱਖਰੇ ਥਾਂ ਤੇ ਜਲਾਇਆ। ਜਿਹੜਾ ਸਭ ਤੋਂ ਵੱਧ ਊਰਜਾ ਪੈਦਾ ਕਰਦਾ ਹੈ ਉਸ ਦਾ ਕੈਲੋਰੀ ਮੁੱਲ ਸਭ ਤੋਂ ਵੱਧ ਹੋਵੇਗਾ। ਅੱਗੇ ਦੇਖੋ ਬੇਟੇ, ਇੱਕ ਟੇਬਲ ਦਿੱਤੀ ਗਈ ਹੈ ਆਪਾਂ ਨੂੰ, ਬਾਲਣ ਅਤੇ ਉਹਨਾਂ ਦੇ ਕੈਲੋਰੀ ਮੁੱਲ। ਗੋਬਰ ਦੀਆਂ ਪਾਥੀਆਂ, ਇਹਨਾਂ ਦਾ ਕੈਲੋਰੀ ਮੁੱਲ ਸਭ ਤੋਂ ਘੱਟ ਹੈ, 6000 ਤੋਂ 8000 ਹੈ। ਇਸ ਦਾ ਮਤਲਬ ਹੈ 1 ਕਿਲੋ ਗੋਬਰ ਦੀਆਂ ਪਾਥੀਆਂ ਜਲਾਉਣ ਤੋਂ ਬਾਅਦ 6000 ਤੋਂ 8000 ਕਿਲੋ ਜੂਲ ਊਰਜਾ ਪ੍ਰਾਪਤ ਹੁੰਦੀ ਹੈ। ਫਿਰ ਲੱਕੜ ਹੈ, ਇਹਦਾ ਕੈਲੋਰੀ ਮੁੱਲ 17000 ਤੋਂ 22000 ਕਿਲੋ ਜੂਲ ਪ੍ਰਤੀ ਕਿਲੋਗ੍ਰਾਮ ਹੈ। ਇਸ ਦਾ ਮਤਲਬ ਹੋ ਗਿਆ ਲੱਕੜ ਦੇ 1 ਕਿਲੋਗ੍ਰਾਮ ਨੂੰ ਜਲਾਉਣ ਤੇ 17000 ਤੋਂ ਲੈ ਕੇ 22000 ਕਿਲੋ ਜੂਲ ਤੱਕ ਊਰਜਾ ਪ੍ਰਾਪਤ ਹੁੰਦੀ ਹੈ। ਹੁਣ ਤੁਸੀਂ ਇਸ ਪੂਰੀ ਟੇਬਲ ਦੇ ਵਿੱਚ ਦੇਖੋ ਬੇਟੇ, ਸਭ ਤੋਂ ਵਧੀਆ ਬਾਲਣ ਕਿਹੜਾ ਹੈ? ਜਿਹੜਾ ਸਬਜ਼ੀ ਦਾ ਸਭ ਤੋਂ ਕੈਲੋਰੀ ਮੁੱਲ ਸਭ ਤੋਂ ਵੱਧ ਹੈ ਬੇਟੇ, ਸਭ ਤੋਂ ਵੱਧ ਕੈਲੋਰੀ ਮੁੱਲ ਕਿਸ ਦਾ ਹੈ? ਹਾਈਡਰੋਜਨ ਦਾ, 1,50,000 ਕਿਲੋ ਜੂਲ। ਪਰ ਅਸੀਂ ਇਸ ਦੀ ਵਰਤੋਂ ਨਹੀਂ ਕਰਦੇ ਕਿਉਂਕਿ ਇਹ ਵਿਸਫੋਟਕ ਹੈ। ਇਸ ਦੀ ਵਰਤੋਂ ਇਹ ਲੈਬੋਰੇਟਰੀ ਹੈ ਉੱਥੇ ਹੁੰਦੀ ਹੈ, ਸਾਇੰਟਿਸਟ ਦੀ ਵਰਤੋਂ ਕਰਦੇ ਹੈ, ਪਰ ਅਸੀਂ ਇਸ ਦੀ ਵਰਤੋਂ ਨਹੀਂ ਕਰਦੇ। ਜੇ ਅਸੀਂ ਡਾਇਰੈਕਟ ਹਾਈਡਰੋਜਨ ਨੂੰ ਅੱਗ ਲਾਵਾਂਗੇ ਉਹਦੇ 'ਚ ਧਮਾਕਾ ਹੋ ਜਾਊਗਾ, ਇੱਕ ਬੰਬ ਦਾ ਕੰਮ ਕਰੂਗੀ, ਵਿਸਫੋਟ ਹੋ ਜਾਂਦਾ ਹੈ। ਇਸ ਤੋਂ ਜਿਹੜੇ ਉੱਪਰਲਾ ਹੈ ਜੈਵ ਗੈਸ, ਬਾਇਓਗੈਸ, ਮੇਨਲੀ ਇਸ ਦੇ ਵਿੱਚ ਮੀਥੇਨ ਗੈਸ ਹੁੰਦੀ ਹੈ, ਫਿਰ LPG, CNG, ਇਹਨਾਂ ਦੀ ਅਸੀਂ ਵਰਤੋਂ ਕਰਦੇ ਹਾਂ। ਇਹਨਾਂ ਦਾ ਮੁੱਲ ਵੀ ਕੈਲੋਰੀ ਮੁੱਲ ਵੀ ਜ਼ਿਆਦਾ ਹੁੰਦਾ ਹੈ। ਤੇ ਵਧੀਆ ਬਾਲਣ ਹੁੰਦਾ ਬੇਟੇ ਜਿਸ ਦਾ ਕੈਲੋਰੀ ਮੁੱਲ ਜ਼ਿਆਦਾ ਹੁੰਦਾ ਹੈ। ਸਭ ਤੋਂ ਜ਼ਿਆਦਾ ਕੈਲੋਰੀ ਮੁੱਲ ਹਾਈਡਰੋਜਨ ਦਾ ਹੈ, ਪਰ ਉਸ ਦੀ ਵਰਤੋਂ ਅਸੀਂ ਨਹੀਂ ਕਰਦੇ ਕਿਉਂਕਿ ਉਸ ਦੇ ਨਾਲ ਧਮਾਕਾ ਹੋ ਜਾਂਦਾ ਹੈ, ਉਹ ਵਿਸਫੋਟਕ ਦਾ ਕੰਮ ਕਰਦੀ ਹੈ। ਹੁਣ ਜਿਹਦੇ ਬਾਲਣ ਦੀ ਘਰ ਦੇ ਵਿੱਚ ਵਰਤੋਂ ਹੁੰਦੀ ਹੈ, ਫੈਕਟਰੀ 'ਚ ਵਰਤੋਂ ਹੁੰਦੀ ਹੈ, ਬਾਲਣ ਦੇ ਜਲਣ ਦੇ ਨਾਲ ਵਾਤਾਵਰਣ 'ਤੇ ਕਿਹੜੇ ਹਾਨੀਕਾਰਕ ਪ੍ਰਭਾਵ ਪੈਂਦੇ ਨੇ? ਦੇਖੋ, ਜਦੋਂ ਅੱਗ ਲੱਗਦੀ ਹੈ ਕੋਈ ਨੁਕਸਾਨ ਤਾਂ ਫਾਇਦੇ ਦਾ ਕੰਮ ਵੀ ਹੁੰਦਾ, ਕਿਤੇ ਨੁਕਸਾਨ ਵੀ ਹੋ ਜਾਂਦਾ ਹੈ। ਪਰ ਜਿਹੜੀ ਰੈਗੂਲਰ ਬਾਲਣ ਅਸੀਂ ਯੂਜ਼ ਕਰਦੇ ਹਾਂ ਘਰਾਂ ਦੇ ਵਿੱਚ, ਫੈਕਟਰੀਆਂ ਦੇ ਵਿੱਚ, ਵਾਹਨਾਂ ਦੇ ਵਿੱਚ, ਉਹਨਾਂ ਦੇ ਕਿਹੜੇ ਨੁਕਸਾਨ ਹੈ ਵਾਤਾਵਰਣ ਦੇ ਉੱਤੇ? ਲੈ
ਲੱਕੜੀ, ਕੋਲੇ ਤੇ ਪੈਟਰੋਲ ਵਰਗੇ ਜਿਹੜੇ ਬਾਲਣ ਹੈ ਉਹ ਕਾਰਬਨ ਦੇ ਅਣਜਲੇ ਕਣ ਪਾਰਟੀਕਲ ਛੱਡਦੇ ਨੇ ਹਵਾ ਦੇ ਵਿੱਚ, ਜਿਹੜੇ ਕਿ ਸਾਹ ਲੈਣ ਲਈ ਨੁਕਸਾਨਦੇਹ ਹੁੰਦੇ ਨੇ, ਪ੍ਰਦੂਸ਼ਕ ਹੁੰਦੇ ਨੇ ਤੇ ਸਾਹ ਦੇ ਰੋਗ ਪੈਦਾ ਕਰਦੇ ਨੇ। ਦੂਸਰੇ, ਇਹ ਬਾਲਣ ਜਿਹੜੇ ਹੈ ਬੇਟੇ, ਜੇ ਪੂਰਾ ਬਾਲਣ ਜਲ ਜਾਂਦਾ ਹੈ, ਜਿਵੇਂ ਮੰਨ ਲਿਆ ਕੋਇਲਾ ਹੈ, ਜੇ ਕੋਇਲਾ ਪੂਰਾ ਜਲ ਜਾਂਦਾ ਹੈ ਫਿਰ ਕਾਰਬਨ ਡਾਈਆਕਸਾਈਡ ਗੈਸ ਪੈਦਾ ਹੁੰਦੀ ਹੈ। ਪਰ ਜੇ ਕੋਇਲਾ ਪੂਰਾ ਨਹੀਂ ਜਲਦਾ ਹੈ, ਉਹਨੂੰ ਹਵਾ ਦੀ ਅਣਹੋਂਦ ਵਿੱਚ ਜਲਾਉਂਦੇ ਆ, ਫਿਰ ਕਾਰਬਨ ਮੋਨੋਆਕਸਾਈਡ ਗੈਸ ਪੈਦਾ ਹੁੰਦੀ ਹੈ। ਤੇ ਜਿਹੜੀ ਕਾਰਬਨ ਮੋਨੋਆਕਸਾਈਡ ਗੈਸ ਹੈ ਬੇਟੇ, ਉਹ ਜ਼ਹਿਰੀਲੀ ਗੈਸ ਹੈ। ਤੁਸੀਂ ਖਬਰਾਂ ਵੀ ਸੁਣੀ ਹੋਣੀ ਕਿ 5-6 ਸਾਲ ਪਹਿਲੇ ਇਸ ਤਰ੍ਹਾਂ ਦੀ ਖਬਰਾਂ ਬਹੁਤ ਆਉਂਦੀ ਸੀ ਕਿ ਉਸਨੇ ਬੰਦੇ ਨੇ ਕਮਰੇ ਦੇ ਅੰਦਰ ਅੰਗੀਠੀ ਰੱਖੀ, ਉਹਦੇ 'ਚ ਕੋਲੇ ਰੱਖੇ, ਰਾਤ ਨੂੰ ਜਲਾ ਲਈਏ ਤੇ ਸੋ ਗਿਆ। ਉਹ ਕੋਲੇ ਨਾਲ ਥੋੜ੍ਹਾ ਜਿਹਾ ਨਿੱਘ ਆ ਜਾਂਦਾ, ਪਰ ਸਵੇਰੇ ਜਦੋਂ ਉੱਠਿਆ ਉਹ ਉੱਠਿਆ ਹੀ ਨਹੀਂ ਬਿਸਤਰ ਤੋਂ, ਉੱਥੇ ਮਰ ਗਿਆ, ਡੈੱਡ ਹੋ ਗਿਆ, ਕਿਉਂਕਿ ਉਸਨੂੰ ਹਵਾ ਸਾਹ ਲੈਣ ਨੂੰ ਬੇਟੇ ਆਕਸੀਜਨ ਨਹੀਂ ਮਿਲੀ। ਜਿੰਨੀ ਕਮਰੇ ਦੀ ਆਕਸੀਜਨ ਸੀਗੀ ਉਹ ਸਾਰੀ ਵਰਤੋਂ ਕੋਇਲੇ ਨੇ ਕਰ ਲਈ, ਤੇ ਕੋਇਲੇ ਨੇ ਕਿਹੜੀ ਗੈਸ ਪੈਦਾ ਕੀਤੀ? ਕਾਰਬਨ ਮੋਨੋਆਕਸਾਈਡ। ਕਾਰਬਨ ਮੋਨੋਆਕਸਾਈਡ ਬੇਟੇ ਜ਼ਹਿਰੀਲੀ ਗੈਸ ਹੈ। ਅੱਛਾ, ਇਹ ਤਾਂ ਸੀ ਬਾਲਣ ਜੇ ਹਵਾ ਦੀ ਅਣਹੋਂਦ ਵਿੱਚ ਜਲਦਾ ਹੈ ਜਾਂ ਘੱਟ ਹਵਾ ਵਿੱਚ ਜਲਦਾ ਹੈ ਤਾਂ ਕਾਰਬਨ ਮੋਨੋਆਕਸਾਈਡ ਪੈਦਾ ਹੁੰਦੀ ਹੈ। ਜੇ ਬਾਲਣ ਨੂੰ ਹਵਾ ਦਿੰਦੇ ਆ ਪ੍ਰੋਪਰ, ਹਵਾ ਦੀ ਹੋਂਦ ਵਿੱਚ ਜਲਦਾ ਹੈ, ਫਿਰ ਕਿਹੜੀ ਗੈਸ ਪੈਦਾ ਹੁੰਦੀ? ਫਿਰ ਹੁੰਦੀ ਹੈ ਬੇਟੇ ਕਾਰਬਨ ਡਾਈਆਕਸਾਈਡ ਗੈਸ। ਕਾਰਬਨ ਡਾਈਆਕਸਾਈਡ ਗੈਸ ਉਹੀ ਹੈ ਜਿਹੜੀ ਅਸੀਂ ਸਾਹ ਲੈਣ ਤੋਂ ਬਾਅਦ ਛੱਡਦੇ ਹਾਂ। ਇਸ ਦਾ ਕੀ ਨੁਕਸਾਨ ਹੈ? ਜਦੋਂ ਬੇਟੇ ਵਾਤਾਵਰਣ ਦੇ ਵਿੱਚ ਕਾਰਬਨ ਡਾਈਆਕਸਾਈਡ ਗੈਸ ਦੀ ਮਾਤਰਾ ਵੱਧ ਜਾਂਦੀ ਹੈ, ਇਸ ਨੂੰ ਗਲੋਬਲ ਵਾਰਮਿੰਗ ਕਿਹਾ ਜਾਂਦਾ ਹੈ। ਗਲੋਬਲ ਵਾਰਮਿੰਗ ਦਾ ਮਤਲਬ ਹੈ ਕਿ ਗੈਸ ਦਾ, ਕੋਇਲਾ ਦਾ ਤੁਸੀਂ ਵਰਤੋਂ ਕਰ ਰਹੇ ਹੋ, ਤੁਹਾਡਾ ਪਿੰਡ ਬਰੋਂਗਾ ਜੇਰ ਮੰਨ ਲਿਆ ਕੋਇਲੇ ਦੀ ਵਰਤੋਂ ਕਰਦਾ ਹੈ, ਪਰ ਉਸਦਾ ਨੁਕਸਾਨ ਸਿਰਫ ਬਰੋਂਗੇ ਪਿੰਡ ਨੂੰ ਨਹੀਂ, ਜਿਹੜੇ ਆਲੇ ਦੁਆਲੇ ਪਿੰਡ ਹੈ ਉਹਨਾਂ ਨੂੰ ਵੀ ਹੋਊਗਾ। ਇਸ ਨੂੰ ਗਲੋਬਲ ਵਾਰਮਿੰਗ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜੇ ਇੱਕ ਦੇਸ਼ ਵਿੱਚ ਬਹੁਤ ਜ਼ਿਆਦਾ ਕਾਰਬਨ ਡਾਈਆਕਸਾਈਡ ਰਿਲੀਜ਼ ਹੋ ਰਹੀ ਹੈ ਤਾਂ ਦੂਜੇ ਦੇਸ਼ਾਂ ਨੂੰ ਵੀ ਫਰਕ ਪੈਂਦਾ ਹੈ। ਓਵਰਆਲ ਕੀ ਹੁੰਦਾ, ਜਿਹੜੇ ਆਪਣੇ ਗਲੇਸ਼ੀਅਰ ਹੈ, ਧਰਤੀ ਦੇ ਤਾਪਮਾਨ ਵਿੱਚ ਵਾਧਾ ਹੋ ਜਾਂਦਾ ਹੈ। ਗਲੇਸ਼ੀਅਰ ਜਿਹੜੇ ਆਪਣੇ ਬਰਫ਼ ਦੇ ਪਹਾੜ ਉਹ ਪਿਘਲਣੇ ਸ਼ੁਰੂ ਹੋ ਜਾਂਦੇ ਹੈ, ਸਮੁੰਦਰ ਦਾ ਲੈਵਲ ਵੱਧ ਜਾਂਦਾ ਪਾਣੀ ਦਾ, ਤੇ ਕੁਝ ਜਿਹੜੇ ਸਮੁੰਦਰ ਦੇ ਕਿਨਾਰੇ ਬਸੇ ਹੋਏ ਸ਼ਹਿਰ ਹੈ ਉਹਨਾਂ ਨੂੰ ਖਤਰਾ ਹੋ ਜਾਂਦਾ ਕਿ ਇਹ ਸਾਰਾ ਸ਼ਹਿਰ ਸਮੁੰਦਰ ਵਿੱਚ ਹੀ ਨਾ ਸਮਾ ਜਾਏ। ਇਹ ਕਾਰਬਨ ਡਾਈਆਕਸਾਈਡ ਦੇ ਵਾਧੇ ਨਾਲ ਗਲੋਬਲ ਵਾਰਮਿੰਗ ਦੇ ਨੁਕਸਾਨ ਹੈ ਬੇਟੇ। ਇਸ ਨੂੰ ਕਿਹਾ ਜਾਂਦਾ ਗਲੋਬਲ ਵਾਰਮਿੰਗ। ਗਲੋਬਲ ਵਾਰਮਿੰਗ ਕੀ ਹੈ? ਕਾਰਬਨ ਡਾਈਆਕਸਾਈਡ ਦੇ ਵਾਧੇ ਨਾਲ ਧਰਤੀ ਦੇ ਤਾਪਮਾਨ ਵਿੱਚ ਹੋਏ ਵਾਧੇ ਨੂੰ ਗਲੋਬਲ ਵਾਰਮਿੰਗ ਕਿਹਾ ਜਾਂਦਾ ਹੈ। ਇਜ਼ ਇਟ ਕਲੀਅਰ ਬੇਟੇ? ਅੱਗੇ ਹੈ ਕੋਲਾ ਅਤੇ ਡੀਜ਼ਲ ਦੇ ਜਲਣ ਨਾਲ ਇੱਕ ਹੋਰ ਵੀ ਬੇਟੇ ਗੈਸ ਨਿਕਲਦੀ ਹੈ, ਸਲਫਰ ਡਾਈਆਕਸਾਈਡ। ਪੈਟਰੋਲ ਦੇ ਨਾਲ ਨਾਈਟ੍ਰੋਜਨ ਡਾਈਆਕਸਾਈਡ ਨਿਕਲਦੀ ਹੈ। ਕੋਇਲਾ, ਡੀਜ਼ਲ ਤੇ ਪੈਟਰੋਲ ਜਦੋਂ ਇਹਨਾਂ ਨੂੰ ਜਲਾਉਂਦੇ ਹੈ, ਸਲਫਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਡਾਈਆਕਸਾਈਡ ਗੈਸ ਨਿਕਲਦੀ ਹੈ, ਜਿਹੜੀ ਕਿ ਹਵਾ ਵਿੱਚ ਘੁਲ ਜਾਂਦੀ ਹੈ। ਜਦੋਂ ਹਵਾ ਵਿੱਚ ਮੀਂਹ ਪੈਂਦਾ ਹੈ, ਉਹ ਮੀਂਹ ਦੇ ਪਾਣੀ ਨਾਲ ਮਿਲ ਕੇ ਤੇਜ਼ਾਬ ਬਣਾਉਂਦੀ ਹੈ ਤੇ ਉਸ ਤੇਜ਼ਾਬੀ ਵਰਖਾ ਹੋ ਜਾਂਦੀ ਹੈ। ਪਹਿਲੇ ਵੀ ਅਸੀਂ ਪੜ੍ਹਿਆ ਸੀਗਾ 7ਵੀਂ ਕਲਾਸ ਦੇ ਵਿੱਚ ਵੀ, ਤੇਜ਼ਾਬੀ ਵਰਖਾ ਕੀ ਹੈ? ਕੋਇਲਾ, ਡੀਜ਼ਲ ਅਤੇ ਪੈਟਰੋਲ ਦੇ ਜਲਣ ਨਾਲ ਸਲਫਰ ਅਤੇ ਨਾਈਟ੍ਰੋਜਨ ਦੇ ਆਕਸਾਈਡਸ ਨਿਕਲਦੇ ਨੇ ਤੇ ਉਹ ਹਵਾ ਵਿੱਚ ਘੁਲ ਜਾਂਦੇ ਨੇ। ਜਦੋਂ ਮੀਂਹ ਪੈਂਦਾ ਹੈ, ਮੀਂਹ ਦੇ ਪਾਣੀ ਨਾਲ ਕਿਰਿਆ ਕਰਕੇ ਉਹ ਤੇਜ਼ਾਬ ਬਣਾਉਂਦੇ ਨੇ, ਜਿਸ ਨੂੰ ਤੇਜ਼ਾਬੀ ਵਰਖਾ ਕਿਹਾ ਜਾਂਦਾ ਹੈ। ਜਿਸ ਦੇ ਨਾਲ ਜਿਵੇਂ ਤਾਜ ਮਹਿਲ ਦਾ ਰੰਗ ਤੇਜ਼ਾਬੀ ਵਰਖਾ ਨਾਲ ਖਰਾਬ ਹੋ ਗਿਆ ਹੈ। ਅਸੀਂ ਪਿਛਲੀ ਵਾਰ ਇਹ ਕਿਰਿਆ ਵੀ ਕੀਤੀ ਸੀਗੀ ਬੱਚੇ ਨੇ ਤਾਜ ਮਹਿਲ ਦੀ, ਉਸ ਦੇ ਵਿੱਚ ਵੀ ਇਹ ਦਰਸਾਇਆ ਗਿਆ ਸੀ ਕਿ ਹਵਾ ਦੇ ਨਾਲ ਕਿਸ ਤਰ੍ਹਾਂ ਹਵਾ ਦੇ ਵਿੱਚ ਬਾਲਣ ਜਲਾਉਣ ਨਾਲ ਹਾਨੀਕਾਰਕ ਪ੍ਰਦੂਸ਼ਕ ਨਿਕਲਦੇ ਨੇ, ਜਿਹੜੇ ਪਾਣੀ ਨਾਲ ਕਿਰਿਆ ਕਰਕੇ ਜ਼ਹਿਰੀਲੀ ਗੈਸ ਬਣਾਉਂਦੇ ਨੇ। ਇਹ ਬੇਟੇ ਹੋ ਗਿਆ ਆਪਣਾ ਪਾਠ ਜਾਲਣ ਅਤੇ ਲਾਟ। ਹੁਣ ਅਸੀਂ ਇਹਦੀ ਮੁੱਖ ਖਬਰਾਂ ਇੱਕ ਵਾਰੀ ਫੇਰ ਪੜ੍ਹ ਲੈਂਦੇ, ਮੁੱਖ ਗੱਲਾਂ। ਤੁਸੀਂ ਇਸ ਪਾਠ ਵਿੱਚ ਕੀ ਸਿੱਖਿਆ? ਅਸੀਂ ਇਹ ਪਹਿਲੇ ਪਾਠ ਤੋਂ ਬੇਟੇ ਰਿਵਾਈਜ਼ ਕਰ ਰਹੇ ਹਾਂ, ਪਹਿਲੇ ਪਾਰਟ 1 ਤੋਂ। ਜਿਹੜੇ ਪਦਾਰਥ ਹਵਾ ਵਿੱਚ ਬਲਦੇ ਹਨ ਉਹਨਾਂ ਨੂੰ ਜਲਨਸ਼ੀਲ ਪਦਾਰਥ ਅਖਵਾਉਂਦੇ ਹਨ। ਜਲਣ ਦੇ ਲਈ ਆਕਸੀਜਨ ਹਵਾ ਵਿੱਚ ਜ਼ਰੂਰੀ ਹੈ। ਜਲਣ ਦੀ ਕਿਰਿਆ ਵਿੱਚ ਗਰਮੀ ਅਤੇ ਪ੍ਰਕਾਸ਼ ਪੈਦਾ ਹੁੰਦੇ ਹਨ। ਜਲਣ ਤਾਪ ਉਹ ਘੱਟ ਤੋਂ ਘੱਟ ਤਾਪਮਾਨ ਹੈ ਜਿਸ ਤੇ ਕੋਈ ਜਲਨਸ਼ੀਲ ਪਦਾਰਥ ਅੱਗ ਫੜ ਲੈਂਦਾ ਹੈ। ਜਲਣ ਤਾਪਮਾਨ ਕਿਹੜਾ ਤਾਪਮਾਨ ਹੈ? ਜਲਣ ਤਾਪਮਾਨ ਉਹ ਘੱਟ ਤੋਂ ਘੱਟ ਤਾਪਮਾਨ ਹੈ ਜਿਸ ਤੇ ਕੋਈ ਪਦਾਰਥ ਅੱਗ ਫੜ ਲੈਂਦਾ ਹੈ। ਜਿਵੇਂ ਪਿਛਲੇ ਲੈਸਨ ਵਿੱਚ ਦੱਸਿਆ ਸੀ ਬੇਟੇ ਆਪਾਂ ਨੇ ਕਿ ਕਾਗਜ਼ ਦਾ ਜਲਣ ਤਾਪਮਾਨ ਘੱਟ ਹੁੰਦਾ ਹੈ, ਉਹ ਛੇਤੀ ਅੱਗ ਫੜ ਲੈਂਦਾ ਹੈ। ਲੱਕੜ ਦਾ ਤਾਪਮਾਨ ਜਲਣ ਤਾਪਮਾਨ ਵੱਧ ਹੁੰਦਾ ਹੈ, ਉਹਨੂੰ ਅੱਗ ਦੇਰ ਨਾਲ ਲੱਗਦੀ ਹੈ। ਅੱਗੇ ਹੈ ਜੀ, ਅੱਗ ਪੈਦਾ ਕਰਨ ਲਈ ਜ਼ਰੂਰਤਾਂ ਵਿੱਚੋਂ ਕੋਈ ਇੱਕ ਜਾਵਤ ਨੂੰ ਹਟਾ ਕੇ ਅੱਗ ਤੇ ਕਾਬੂ ਪਾਇਆ ਜਾ ਸਕਦਾ ਹੈ। ਅੱਗ ਜੇ ਕਿਤੇ ਅੱਗ ਲੱਗੀ ਹੈ ਉਸਨੂੰ ਕਾਬੂ ਤੇ ਕਰਨਾ ਹੈ, ਤੇ ਅੱਗ ਲੱਗਣ ਲਈ ਜਿਹੜੇ ਜਿਹੜੇ ਪਦਾਰਥ ਦੀ ਲੋੜ ਹੁੰਦੀ ਹੈ ਉਹਨਾਂ ਵਿੱਚੋਂ ਕਿਸੇ ਇੱਕ ਪਦਾਰਥ ਨੂੰ ਹਟਾ ਦਿਓ, ਅੱਗ ਰੁਕ ਜਾਂਦੀ ਹੈ। ਅੱਗ ਨੂੰ ਕਾਬੂ ਪਾਉਣ ਲਈ ਆਮ ਤੌਰ ਤੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ।
ਪਰ ਬਿਜਲੀ ਉਪਕਰਨਾਂ ਤੇ ਤੇਲ ਵਿੱਚ ਲੱਗੀ ਆਗ ਨੂੰ ਪਾਣੀ ਨਾਲ ਨਹੀਂ ਬੁਝਾਇਆ ਜਾਂਦਾ। ਉਸ ਨੂੰ ਕਿਸ ਨਾਲ ਬੁਝਾਉਂਦੇ ਬੇਟੇ? ਪਿਛਲੀ ਵਾਰੀ ਪੜਿਆ ਸੀਗਾ, ਕਾਰਬਨ ਡਾਈਆਕਸਾਈਡ ਨਾਲ। ਕਾਰਬਨ ਡਾਈਆਕਸਾਈਡ ਦਰਵ ਅਵਸਥਾ ਵਿੱਚ ਸਿਲੰਡਰ 'ਚ ਭਰੀ ਜਾਂਦੀ ਹੈ, ਉਹਨੂੰ ਬਾਹਰ ਕੱਢ ਲੈਂਦੇ ਹੈ। ਇਹ ਵੀ ਦੱਸਿਆ ਸੀ ਤੁਹਾਨੂੰ ਕਿ ਕਾਰਬਨ ਡਾਈਆਕਸਾਈਡ ਗੈਸ ਜਿਹੜੀ ਹੈ ਉਹ ਅੱਗ ਲਗੇ ਪਦਾਰਥ ਨੂੰ ਕੰਬਲ ਵਾਂਗੂ ਘੇਰ ਲੈਂਦੀ ਹੈ। ਹਵਾ ਦੀ ਸਪਲਾਈ ਰੁਕ ਜਾਂਦੀ ਹੈ ਤੇ ਅੱਗ ਬੁਝ ਜਾਂਦੀ ਹੈ। ਅੱਗੇ ਜਲਣ ਦੀਆਂ ਕਈ ਕਿਸਮਾਂ ਹਨ, ਜਿਵੇਂ ਤੀਰੂ ਜਾਲਣ, ਸੁੱਤੇ ਸਿੱਧੇ ਜਾਲਣ, ਵਿਸਫੋਟ ਆਦਿ। ਲਾਟ ਦੇ 3 ਖੇਤਰ ਹੁੰਦੇ ਨੇ। ਅਧੀਪਤ ਖੇਤਰ ਜਿਹੜਾ ਸਭ ਤੋਂ ਬਾਹਰਲਾ ਹੈ, ਦੀਪਤ ਜਿਹੜਾ ਅੰਦਰਲਾ ਹੈ, ਤੇ ਜੋਤੀਹੀਨ ਖੇਤਰ ਸਭ ਤੋਂ ਅੰਦਰਲਾ ਖੇਤਰ। ਸਭ ਤੋਂ ਅੰਦਰਲੇ ਖੇਤਰ ਤਾਪਮਾਨ ਸਭ ਤੋਂ ਘੱਟ ਹੁੰਦਾ ਹੈ, ਉਸ ਤੋਂ ਬਾਹਰਲੇ ਖੇਤਰ ਤਾਪਮਾਨ ਉਸ ਤੋਂ ਵੱਧ ਹੁੰਦਾ ਹੈ, ਜਦੋਂ ਕਿ ਲਾਟ ਦੇ ਸਭ ਤੋਂ ਬਾਹਰੀ ਭਾਗ ਦਾ ਤਾਪਮਾਨ ਸਭ ਤੋਂ ਵੱਧ ਹੁੰਦਾ ਹੈ। ਸੁਨਿਆਰ ਸੋਨੇ ਨੂੰ ਪਿਘਲਾਉਣ ਦੇ ਲਈ ਲਾਟ ਦੇ ਸਭ ਤੋਂ ਬਾਹਰੀ ਭਾਗ ਦੀ ਵਰਤੋਂ ਇਸ ਲਈ ਕਰਦਾ ਹੈ ਕਿਉਂਕਿ ਉਸ ਦਾ ਤਾਪਮਾਨ ਸਭ ਤੋਂ ਵੱਧ ਹੁੰਦਾ ਹੈ। ਅੱਗੇ ਆਦਰਸ਼ ਬਾਲਣ। ਆਦਰਸ਼ ਬਾਲਣ ਬੇਟੇ ਤੁਹਾਨੂੰ ਦੱਸੀ ਸੀ 4 ਵਿਸ਼ੇਸ਼ਤਾਵਾਂ ਉਸਦੀ। ਇੱਕ ਤੋਂ ਆਸਾਨੀ ਨਾਲ ਉਪਲਬਧ ਹੋ ਜਾਂਦਾ ਹੈ, ਦੂਜੀ ਆਸਾਨੀ ਨਾਲ ਉਹਨੂੰ ਯੂਜ਼ ਕਰ ਸਕਦੇ ਹੈ, ਉਸਦਾ ਕੈਲੋਰੀ ਮੁੱਲ ਜ਼ਿਆਦਾ ਹੁੰਦਾ ਹੈ, ਉਹ ਜਲਾਉਣ ਤੋਂ ਬਾਅਦ ਕੋਈ ਜ਼ਹਿਰੀਲੀਆਂ ਗੈਸਾਂ ਨਹੀਂ ਛੱਡਦਾ। ਪਰ ਆਪਣੇ ਕੋਲ ਆਦਰਸ਼ ਬਾਲਣ ਬਹੁਤ ਘੱਟ ਮਾਤਰਾ ਵਿੱਚ ਹੈ। ਆਦਰਸ਼ ਬਾਲਣ ਅਸੀਂ ਕਿਹਨਾਂ ਨੂੰ ਕਹਿ ਸਕਦੇ ਹਾਂ? ਜਿਹੜੀ LPG CNG ਗੈਸ ਹੈ। ਅੱਜ ਕੱਲ੍ਹ ਵਹੀਕਲਸ ਦੇ ਵਿੱਚ ਮੋਸਟਲੀ CNG ਦੀ ਵਰਤੋਂ ਹੋ ਰਹੀ ਹੈ, ਤੇ ਘਰਾਂ ਵਿੱਚ ਤੁਹਾਨੂੰ ਪਤਾ ਹੀ ਸਭ ਦੇ ਗੈਸ ਦੀ ਵਰਤੋਂ ਹੁੰਦੀ ਹੈ। ਬਾਲਣ ਦੀ ਯੋਗਤਾ ਅਤੇ ਮੁੱਲ ਆਪਸ ਵਿੱਚ ਵੱਖ-ਵੱਖ ਹੋ ਸਕਦੇ ਨੇ। ਬਾਲਣ ਯੋਗਤਾ ਨੂੰ ਕੈਲੋਰੀ ਮੁੱਲ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਕਿਸੇ ਬਾਲਣ ਦੀ ਯੋਗਤਾ ਕੀ ਹੈ? ਉਸ ਦੇ ਕੈਲੋਰੀ ਮੁੱਲ ਤੋਂ ਅੰਕੀ ਜਾਂਦੀ ਹੈ। ਕੈਲੋਰੀ ਮੁੱਲ ਬੇਟੇ ਹੋਈ ਹੈ ਕਿਸੇ ਵੀ ਬਾਲਣ ਦੇ 1 ਕਿਲੋਗ੍ਰਾਮ ਨੂੰ ਜਲਾਉਣ ਤੋਂ ਬਾਅਦ ਜਿੰਨੇ ਕਿਲੋ ਜੂਲ ਊਰਜਾ ਪੈਦਾ ਹੁੰਦੀ ਹੈ, ਉਹ ਉਸ ਬਾਲਣ ਦਾ ਕੈਲੋਰੀ ਮੁੱਲ ਅਖਵਾਉਂਦੀ ਹੈ। ਅੱਗੇ ਹੈ ਹਵਾ ਵਿੱਚ ਅਣਜਲੇ ਕਾਰਬਨ ਕਣ ਖਤਰਨਾਕ ਪ੍ਰਦੂਸ਼ਕ ਹੁੰਦੇ ਹਨ। ਇਹ ਕਿਸੇ ਪੜ੍ਹ ਲਿਆ ਵਿੱਚ ਹੈ। ਜਦੋਂ ਕਾਰਬਨ ਦੇ ਅਨਬਰੰਟ ਪਾਰਟੀਕਲ ਜਿਹੜੇ ਜਲਦੇ ਨਹੀਂ ਹੈ, ਉਹ ਹਵਾ ਵਿੱਚ ਘੁਲ ਜਾਂਦੇ ਹੈ, ਉਹ ਸਾਹ ਦੀ ਬਿਮਾਰੀਆਂ ਪੈਦਾ ਕਰਦੇ ਹਨ। ਹਵਾ ਵਿੱਚ ਕਾਰਬਨ ਡਾਈਆਕਸਾਈਡ ਦੀ ਵਧੀ ਮਾਤਰਾ ਗਲੋਬਲ ਵਾਰਮਿੰਗ ਦਾ ਕਾਰਨ ਬਣਦੀ ਹੈ। ਜਦੋਂ ਹਵਾ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਉਹ ਕਿਹਦਾ ਕਾਰਨ ਬਣਦੀ ਹੈ? ਗਲੋਬਲ ਵਾਰਮਿੰਗ ਦਾ। ਕੋਲੇ, ਡੀਜ਼ਲ ਅਤੇ ਪੈਟਰੋਲ ਦੇ ਬਣਨ ਨਾਲ ਪੈਦਾ ਸਲਫਰ ਅਤੇ ਨਾਈਟ੍ਰੋਜਨ ਦੇ ਆਕਸਾਈਡ ਤੇਜ਼ਾਬੀ ਵਰਖਾ ਪੈਦਾ ਕਰਦੇ ਹਨ, ਜਿਹੜੇ ਕਿ ਫਸਲਾਂ, ਇਮਾਰਤਾਂ ਤੇ ਮਿੱਟੀ ਦੇ ਲਈ ਹਾਨੀਕਾਰਕ ਹੁੰਦੀ ਹੈ। ਇਹ ਬੇਟੇ ਆਪਣਾ 2 ਲੈਕਚਰ ਦੇ ਵਿੱਚ ਪਾਠ ਜਾਲਣ ਅਤੇ ਲਾਟ ਕੰਪਲੀਟ ਹੋ ਗਿਆ ਹੈ। ਕੁਐਸਚਨ ਆਨਸਰ ਦੀ ਤੁਹਾਨੂੰ PDF ਭੇਜੀ ਗਈ ਹੈ, ਤੁਸੀਂ ਪਾਠ ਨੂੰ ਦੁਬਾਰਾ ਇੱਕ ਵਾਰੀ ਪੜ੍ਹ ਲੈਣਾ। ਜੇ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਮੈਨੂੰ ਫੋਨ 'ਤੇ ਗੱਲ ਕਰ ਸਕਦੇ ਹੋ ਮੇਰੇ ਨਾਲ।